ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਐਡਮੰਟਨ ਵਿੱਚ ਕੋਵਿਡ-19 ਦੇ ਐਕਟਿਵ ਕੇਸਾਂ ਦੀ ਤਿਆਰੀ ਹੋਈ ਕੈਲਗਰੀ ਨਾਲੋਂ ਵੀ ਜ਼ਿਆਦਾ। ਦੱਸਾਂਗੇ ਪੂਰੇ ਹਾਲਾਤ ਦੇ ਬਾਰੇ ਤੇ ਨਾਲ ਹੀ ਕਿਹੜੇ 3 ਰੈਸਟੋਰੈਂਟ ਫਿਲਹਾਲ ਐਡਮੰਟਨ 'ਚ ਕੀਤੇ ਜਾ ਰਹੇ ਨੇ ਬੰਦ। ਓਨਟਾਰੀਓ ਵਿੱਚ ਦੂਜੇ ਪੜਾਅ ਤਹਿਤ ਵਪਾਰ ਤੇ ਹੋਰ ਕਈ ਥਾਵਾਂ ਖੋਲ੍ਹਣ ਦੀ ਤਿਆਰੀ, ਪਰ ਵਿੰਡਸਰ ਖੇਤਰ ਨੂੰ ਅਜੇ ਨਹੀਂ ਕੀਤਾ ਜਾਵੇਗਾ ਦੂਜੇ ਪੜਾਅ 'ਚ ਸ਼ਾਮਲ। ਇੱਕ ਬੈਠਕ ਦੌਰਾਨ ਇਮੀਗ੍ਰੇਸ਼ਨ ਮੰਤਰੀ ਨੇ ਦਿੱਤੇ ਕਈ ਸਵਾਲਾਂ ਦੇ ਜਵਾਬ। ਦੱਸਾਂਗੇ ਫਾਈਲਾਂ ਦੀ ਪ੍ਰਕਿਰਿਆ, ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਬੁਲਾਉਣ ਤੇ 2020 ਵਿੱਚ ਪ੍ਰਵਾਸੀਆਂ ਨੂੰ ਪੱਕੇ ਕਰਨ ਦੇ ਬਾਰੇ ਕੀ ਦਿੱਤੀ ਗਈ ਹੈ ਜਾਣਕਾਰੀ। ਕੈਲਗਰੀ ਵਿੱਚ ਹਿੱਟ ਐਂਡ ਰਨ ਦਾ ਵਾਪਰਿਆ ਗੰਭੀਰ ਹਾਦਸਾ, ਛੋਟੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਪਹੁੰਚਾਇਆ ਗਿਆ ਹਸਪਤਾਲ। ਕੋਵਿਡ-19 ਦੌਰਾਨ ਕਿਵੇਂ ਮੈਟਰੋ ਵੈਨਕੂਵਰ 'ਚ ਦਰਜ ਕੀਤਾ ਗਿਆ ਹਵਾ ਦੀ ਗੁਣਵੱਤਾ 'ਚ ਵਾਧਾ। ਦੱਸਾਂਗੇ ਇੱਕ ਰਿਪੋਰਟ 'ਚ ਜਾਰੀ ਹੋਈ ਜਾਣਕਾਰੀ ਦੇ ਬਾਰੇ। ਸਸਕੈਚਵਨ ਸਰਕਾਰ ਨੇ ਘਰੇਲੂ ਹਿੰਸਾ ਖਿਲਾਫ ਇੱਕ ਕਾਨੂੰਨ ਲਿਆਉਣ ਦੀ ਕੀਤੀ ਤਿਆਰੀ, ਤਾਂ ਦੱਸਾਂਗੇ ਆਰਸੀਐਮਪੀ ਨੇ ਕਿਉਂ ਕੀਤਾ ਇਸ ਕਾਨੂੰਨ ਨੂੰ ਸਹਿਯੋਗ ਦੇਣ ਤੋਂ ਇਨਕਾਰ। ਕੈਨੇਡਾ ਭਰ ਤੋਂ ਦਿਖਾਵਾਂਗੇ ਅੰਕੜੇ, ਹਰ ਸੂਬੇ ਵਿੱਚ ਕੋਵਿਡ-19 ਦੇ ਕਰਕੇ ਕਿੰਨੇ ਹੋਏ ਨੇ ਐਕਟਿਵ ਕੇਸ ਤੇ ਕਿੰਨੀਆਂ ਹੋ ਚੁੱਕੀਆਂ ਨੇ ਮੌਤਾਂ। ਚੀਨ ਵੱਲੋਂ 2 ਕੈਨੇਡਾ ਵਾਸੀਆਂ ਤੇ ਦਰਜ ਕੀਤੇ ਗਏ ਮਾਮਲਿਆਂ ਸੰਬੰਧੀ ਤਾਜ਼ਾ ਜਾਣਕਾਰੀ। ਦੱਸਾਂਗੇ ਮਾਈਕਲ ਕੋਵਰਿਗ ਦੀ ਪਤਨੀ ਨੇ ਕੈਨੇਡਾ ਸਰਕਾਰ ਦੇ ਲਈ ਕੀ ਕਿਹਾ। ਮਿਸੀਸਾਗਾ ਵਿੱਚ ਇੱਕ ਵਿਅਕਤੀ ਨੂੰ ਪੁਲਿਸ ਨੇ ਮਾਰੀਆਂ ਗੋਲੀਆਂ ਤਾਂ ਪਰਿਵਾਰ ਸਮੇਤ ਭਾਈਚਾਰਾ ਆਇਆ ਸੜਕਾਂ ਤੇ। ਦੱਸਾਂਗੇ ਕੀ ਹੈ ਪੂਰਾ ਮਾਮਲਾ। ਇਸ ਤਰ੍ਹਾਂ ਹੀ ਹੁਣ ਤੁਹਾਨੂੰ ਦੱਸ ਦਈਏ ਕਿ ਐਡਮੰਟਨ ਦੇ ਵਿੱਚ ਮਾਮਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਕਾਫੀ ਵਧੀ ਹੈ, ਜਿੱਥੇ ਕਿ ਕੈਲਗਰੀ ਨਾਲੋਂ ਵੀ ਜ਼ਿਆਦਾ ਮਾਮਲੇ ਹੋ ਚੁੱਕੇ ਨੇ। ਐਲਬਰਟਾ ਵਿੱਚ ਹੁਣ ਤੱਕ ਜਿਹੜੇ ਐਕਟਿਵ ਕੇਸ ਸਨ ਉਹ ਕੈਲਗਰੀ ਤੋਂ ਹੀ ਜ਼ਿਆਦਾ ਸਨ, ਪਰ ਜਿਹੜੇ ਕੁੱਲ ਹੁਣ ਤੱਕ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਨੇ ਉਹ ਕੈਲਗਰੀ ਦੇ ਵਿੱਚ ਹੀ ਆਏ ਨੇ, ਪਰ ਜਿਹੜੇ ਐਕਟਿਵ ਕੇਸ ਨੇ ਉਹ ਐਡਮੰਟਨ 'ਚ ਇਸ ਸਮੇਂ ਜ਼ਿਆਦਾ ਹੋ ਗਏ ਨੇ। ਤੇ ਕੈਲਗਰੀ ਨਾਲੋਂ ਵੱਧ ਕਿਵੇਂ ਇਹ ਮਾਮਲੇ ਵਧੇ ਨੇ ਤੇ ਆਖਿਰ ਕਿਹੜੇ 3 ਰੈਸਟੋਰੈਂਟ ਐਡਮੰਟਨ ਦੇ ਵਿੱਚ ਕੁਝ ਸਮੇਂ ਵਾਸਤੇ ਬੰਦ ਕੀਤੇ ਗਏ ਨੇ ਉਹ ਤੁਹਾਨੂੰ ਦਿਖਾਉਂਦੇ ਹਾਂ। ਐਲਬਰਟਾ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਐਕਟਿਵ ਕੇਸ ਕੈਲਗਰੀ ਤੋਂ ਸਾਹਮਣੇ ਆ ਰਹੇ ਸਨ, ਪਰ ਇਸ ਸਮੇਂ ਐਡਮੰਟਨ ਦੇ ਵਿੱਚ ਸਭ ਤੋਂ ਜ਼ਿਆਦਾ ਐਕਟਿਵ ਕੇਸ ਪਾਏ ਗਏ ਨੇ, ਜਿਸ ਦੇ ਬਾਰੇ ਜਾਣਕਾਰੀ ਸਿਹਤ ਅਧਿਕਾਰੀਆਂ ਨੇ ਅੱਜ ਦਿੱਤੀ। ਤਾਂ ਨਾਲ ਹੀ ਉਹਨਾਂ ਨੇ ਦੱਸਿਆ ਕਿ ਕੁੱਲ ਐਲਬਰਟਾ ਦੇ ਵਿੱਚ ਇਸ ਸਮੇਂ ਕਰੀਬ 534 ਐਕਟਿਵ ਕੇਸ ਨੇ, ਜਿਨ੍ਹਾਂ ਵਿੱਚੋਂ 238 ਐਕਟਿਵ ਮਾਮਲੇ ਸਿਰਫ ਐਡਮੰਟਨ ਖੇਤਰ ਤੋਂ ਹੀ ਸਾਹਮਣੇ ਆ ਚੁੱਕੇ ਨੇ ਤੇ ਨਾਲ ਹੀ ਕੈਲਗਰੀ ਦੇ ਵਿੱਚ 235 ਨੇ, ਯਾਨੀ ਕਿ ਐਡਮੰਟਨ ਸਭ ਤੋਂ ਜ਼ਿਆਦਾ ਹੋ ਚੁੱਕੇ ਨੇ। ਤੇ ਇਸ ਦੇ ਨਾਲ ਹੀ ਜਾਣਕਾਰੀ ਇਹ ਦਿੱਤੀ ਗਈ ਹੈ ਕਿ ਐਡਮੰਟਨ ਵਿੱਚ ਐਤਵਾਰ ਨੂੰ ਜ਼ਿਆਦਾ ਗਿਣਤੀ 'ਚ ਮਾਮਲੇ ਸਾਹਮਣੇ ਆਏ, ਕਿ 31 ਤਾਂ ਕੁੱਲ ਮਾਮਲੇ ਸਾਹਮਣੇ ਆਏ ਕੋਵਿਡ-19 ਨਾਲ ਸੰਬੰਧਿਤ ਐਤਵਾਰ ਨੂੰ, ਪਰ ਉਹਨਾਂ ਵਿੱਚੋਂ ਕੁੱਲ 23 ਮਾਮਲੇ ਸਿਰਫ ਐਡਮੰਟਨ ਖੇਤਰ ਦੇ ਸਨ ਤੇ 6 ਕੈਲਗਰੀ ਖੇਤਰ ਦੇ ਤੇ 2 ਹੋਰ ਖੇਤਰਾਂ ਤੋਂ ਸਾਹਮਣੇ ਆਏ ਨੇ। ਜਿਸ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਥਾਵਾਂ ਤੇ ਜਾਣਕਾਰੀ ਦਿੱਤੀ ਗਈ ਐਡਮੰਟਨ ਵਿੱਚ ਜਿੱਥੇ ਤੋਂ ਕੋਵਿਡ-19 ਦੇ ਮਰੀਜ਼ ਪਾਏ ਗਏ। ਜਿਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਹੈ ਕਿ ਐਡਮੰਟਨ 'ਚ ਐਤਵਾਰ ਨੂੰ 3 ਰੈਸਟੋਰੈਂਟ ਵੀ ਬੰਦ ਕਰ ਦਿੱਤੇ ਗਏ ਨੇ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਾਰੇ ਰੈਸਟੋਰੈਂਟਸ ਦੇ ਵੱਲੋਂ ਜਿਹੜੇ ਬੰਦ ਕੀਤੇ ਗਏ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜੋ ਬਾਰ ਹੈ ਗ੍ਰੇਟਾ ਬਾਰ, ਉਹ 109 ਸਟਰੀਟ ਤੇ ਜੈਸਪਰ ਐਵੇਨਿਊ ਦੇ ਉੱਤੇ ਹੈ, ਉਸ ਨੂੰ ਬੰਦ ਕਰ ਦਿੱਤਾ ਗਿਆ, ਜਿਸ ਦੇ ਵਿੱਚ ਇੱਕ ਗ੍ਰਾਹਕ ਆਇਆ ਸੀ ਉਸ ਨੂੰ ਕੋਵਿਡ-19 ਤੋਂ ਪੀੜਤ ਪਾਇਆ ਗਿਆ। ਜਿਸ ਦੇ ਬਾਰੇ ਜਾਣਕਾਰੀ ਦੱਸੀ ਗਈ ਹੈ ਕਿ ਜੂਨ 14 ਨੂੰ ਉੱਥੇ ਆਇਆ ਸੀ, ਜਿਸ ਤੋਂ ਬਾਅਦ ਉਹ ਕੁਝ ਸਮੇਂ ਵਾਸਤੇ ਇੱਕ ਟੇਬਲ ਦੇ ਉੱਤੇ ਬੈਠਿਆ ਤੇ ਉਸ ਤੋਂ ਬਾਅਦ ਉਸ ਨੂੰ ਬੰਦ ਕਰ ਦਿੱਤਾ ਗਿਆ ਹੁਣ ਬਾਰ ਨੂੰ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੇ ਇਸ ਦੇ ਨਾਲ ਹੀ ਅੱਗੇ ਦ ਪਿੰਟ ਡਾਊਨਟਾਊਨ, ਉਹਨਾਂ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਉੱਥੇ 2 ਕਾਮਿਆਂ ਨੂੰ ਕੋਵਿਡ-19 ਤੋਂ ਪੀੜਤ ਪਾਇਆ ਗਿਆ ਹੈ, ਜਿਨ੍ਹਾਂ ਨੇ ਆਖਰੀ ਵਾਰ ਜੂਨ 13 ਨੂੰ ਉੱਥੇ ਕੰਮ ਕੀਤਾ ਸੀ ਤੇ ਉਹ ਕੋਵਿਡ-19 ਤੋਂ ਪੋਜ਼ਿਟਿਵ ਪਾਏ ਗਏ ਨੇ, ਜਿਸ ਤੋਂ ਬਾਅਦ ਉਹਨਾਂ ਨੇ ਵੀ ਆਪਣੇ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ MKT ਰੈਸਟੋਰੈਂਟ ਦੇ ਵੱਲੋਂ ਵੀ ਬੰਦ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੇ ਇੱਕ ਕਾਮੇ ਨੂੰ ਕੋਵਿਡ-19 ਤੋਂ ਪੀੜਤ ਪਾਇਆ ਗਿਆ ਹੈ। ਇਸ ਸਮੇਂ ਅਲਬਰਟਾ ਵਿੱਚ 33 ਵਿਅਕਤੀ ਹਸਪਤਾਲ 'ਚ ਭਰਤੀ ਨੇ, ਜਿਨ੍ਹਾਂ ਵਿੱਚੋਂ 7 ਵਿਅਕਤੀ ICU ਦੇ ਵਿੱਚ ਨੇ। ਬਾਕੀ ਜਿੰਨੇ ਵੀ ਇਸ ਸਮੇਂ ਐਕਟਿਵ ਕੇਸ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਇਲਾਜ ਦਿੱਤਾ ਜਾ ਰਿਹਾ ਹੈ। ਇਸ ਦੇ ਬਾਰੇ ਤਾਜ਼ਾ ਜਾਣਕਾਰੀ ਅਧਿਕਾਰੀਆਂ ਨੇ ਅੱਜ ਸਾਂਝੀ ਕੀਤੀ ਹੈ। ਉਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਸੂਬੇ ਦੀਆਂ ਲੈਬੋਰੇਟਰੀਜ਼ ਦੇ ਵਿੱਚ 3,99,405 ਕੋਵਿਡ-19 ਦੇ ਟੈਸਟ ਹੁਣ ਤੱਕ ਕੀਤੇ ਜਾ ਚੁੱਕੇ ਨੇ।
ਅਗਲੀ ਖਬਰ ਓਨਟਾਰੀਓ ਤੋਂ ਹੈ। ਓਨਟਾਰੀਓ ਦੇ ਵਿੱਚ ਵੀ ਸਰਕਾਰ ਵੱਲੋਂ ਜੋ ਫੈਸਲੇ ਲਏ ਜਾ ਰਹੇ ਨੇ, ਵੱਖੋ ਵੱਖਰੇ ਪੜਾਅ ਤਹਿਤ ਜੋ ਕੋਵਿਡ-19 ਦੇ ਦੌਰਾਨ ਹਾਲਾਤ ਨੇ ਉਸ ਦੇ ਵਿੱਚ ਸੁਧਾਰ ਵੀ ਆ ਰਿਹਾ ਹੈ ਤੇ ਵਪਾਰਾਂ ਨੂੰ, ਆਰਥਿਕਤਾ ਨੂੰ ਖੋਲ੍ਹਿਆ ਜਾ ਰਿਹਾ ਹੈ। ਇਸ ਦੌਰਾਨ ਦੂਜੇ ਪੜਾਅ ਤਹਿਤ ਹੁਣ ਵਪਾਰਾਂ ਨੂੰ ਤੇ ਆਰਥਿਕਤਾ ਨੂੰ ਖੋਲ੍ਹਣ ਦੇ ਵਾਸਤੇ ਜੋ ਐਲਾਨ ਕੀਤਾ ਗਿਆ ਉਸ ਦੇ ਵਿੱਚ ਏਸੈਕਸ ਤੱਕ ਵਿੰਡਸਰ ਖੇਤਰ ਦਾ ਜਿਹੜਾ ਖੇਤਰ ਹੈ ਉਸ ਦੇ ਵਿੱਚ ਉਸ ਨੂੰ ਨਹੀਂ ਹੋਰ ਖੋਲ੍ਹਿਆ ਜਾਵੇਗਾ ਹਜੇ। ਤੇ ਦੂਜੇ ਪੜਾਅ ਤਹਿਤ ਉੱਥੇ ਕਿਉਂਕਿ ਜਿਹੜੇ ਮਾਮਲੇ ਕੋਵਿਡ-19 ਦੇ ਜ਼ਿਆਦਾ ਨੇ ਤਾਂ ਕਰਕੇ ਹਜੇ ਦੂਜੇ ਪੜਾਅ ਦੇ ਤਹਿਤ ਕੋਈ ਫੈਸਲਾ ਉੱਥੇ ਨਹੀਂ ਲਿਆ ਜਾ ਰਿਹਾ, ਪਰ ਇਸ ਖੇਤਰ ਨੂੰ ਛੱਡ ਕੇ ਬਾਕੀ ਖੇਤਰਾਂ ਦੇ ਵਿੱਚ ਆਰਥਿਕਤਾ ਨੂੰ ਖੋਲ੍ਹਣ ਵਾਸਤੇ ਅੱਗੇ ਫੈਸਲੇ ਲਏ ਜਾ ਰਹੇ ਨੇ। ਇੱਥੇ ਜ਼ਿਕਰਯੋਗ ਹੈ ਕਿ ਕੁਝ ਇਸੇ ਤਰ੍ਹਾਂ ਐਲਬਰਟਾ ਦੇ ਵਿੱਚ ਜਦੋਂ ਐਲਾਨ ਹੋਇਆ ਸੀ ਉੱਥੇ ਵੀ ਇਹੀ ਹੋਇਆ ਸੀ ਕਿ ਕੈਲਗਰੀ ਤੋਂ ਬਿਨਾਂ ਵੱਖੋ ਵੱਖਰੇ ਪੜਾਵਾਂ ਤਹਿਤ ਅੱਗੇ ਆਰਥਿਕਤਾ ਨੂੰ ਖੋਲ੍ਹਿਆ ਗਿਆ ਸੀ ਤੇ ਬਾਅਦ ਵਿੱਚ ਕੈਲਗਰੀ 'ਚ ਖੋਲ੍ਹਿਆ ਗਿਆ ਸੀ ਤੇ ਕੁਝ ਇਸੇ ਤਰ੍ਹਾਂ ਹੁਣ ਵਿੰਡਸਰ ਖੇਤਰ ਦੇ ਵਿੱਚ ਬਾਅਦ ਵਿੱਚ ਖੋਲ੍ਹਿਆ ਜਾ ਸਕਦਾ ਹੈ, ਪਰ ਫਿਲਹਾਲ ਉੱਥੇ ਨਹੀਂ ਖੋਲ੍ਹਿਆ ਜਾਵੇਗਾ ਆਰਥਿਕਤਾ ਨੂੰ। ਪਰ ਬਾਕੀ ਥਾਵਾਂ ਦੇ ਉੱਤੇ ਆਰਥਿਕਤਾ ਨੂੰ ਖੋਲ੍ਹਣ ਦੇ ਬਾਰੇ ਜਿਹੜੇ ਐਲਾਨ ਹੋਏ ਨੇ ਤੇ ਦੂਜੇ ਪੜਾਅ ਤਹਿਤ ਵੱਖੋ ਵੱਖਰੇ ਵਪਾਰ ਨੇ ਜਿਹੜੇ ਹੋਰ ਜ਼ਿਆਦਾ ਖੁੱਲ੍ਹੇ ਹੋਏ ਦੇਖਣ ਨੂੰ ਮਿਲਣਗੇ। ਇਸ ਤਰ੍ਹਾਂ ਲਈ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਕਿ ਇਮੀਗ੍ਰੇਸ਼ਨ ਮੰਤਰੀ ਦੇ ਸਮੇਤ ਕਾਉਂਸਲ ਦੀ ਬੈਠਕ ਹੋਈ ਸੀ। ਇਸ ਬੈਠਕ ਦੌਰਾਨ ਇਮੀਗ੍ਰੇਸ਼ਨ ਮੰਤਰੀ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ, ਜਿਸ ਦੇ ਵਿੱਚ ਵੱਖੋ ਵੱਖਰੇ ਪ੍ਰੋਗਰਾਮਸ ਦੇ ਤਹਿਤ ਜਿਹੜਾ ਇਮੀਗ੍ਰੇਸ਼ਨ ਸਿਸਟਮ ਇਸ ਸਮੇਂ ਚੱਲ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਬੁਲਾਉਣ ਦੇ ਵਾਸਤੇ ਜੋ ਪ੍ਰਕਿਰਿਆ ਚੱਲ ਰਹੀ ਹੈ ਉਸ ਦੇ ਬਾਰੇ ਸਵਾਲ ਪੁੱਛੇ ਗਏ। ਤਾਂ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਇਹ ਉਸੇ ਤਰ੍ਹਾਂ ਚੱਲੇਗਾ, ਸਿਰਫ ਕੋਵਿਡ-19 ਦੇ ਕਰਕੇ ਕਈ ਕਾਮਿਆਂ ਨੂੰ ਕੰਮ ਤੇ ਉਹ ਨਹੀਂ ਆ ਪਾਏ ਜਾਂ ਫਿਰ ਕੰਮ ਹੌਲੀ ਹੋ ਗਿਆ ਤਾਂ ਕਰਕੇ ਹੋਇਆ ਕਿ ਪ੍ਰਕਿਰਿਆ ਹੌਲੀ ਹੋ ਗਈ। ਪਰ ਜਿਵੇਂ ਕਿ ਬਾਇਓਮੈਟ੍ਰਿਕ ਦੇ ਵਾਸਤੇ ਜਿਹੜੇ ਵੱਖੋ ਵੱਖਰੇ ਥਾਵਾਂ ਨੇ ਉਹ ਜਦੋਂ ਖੁੱਲ੍ਹ ਜਾਣਗੀਆਂ ਤਾਂ ਅੱਗੇ ਹੋਰ ਪ੍ਰਕਿਰਿਆ ਤੇਜ਼ ਹੋ ਜਾਵੇਗੀ। ਪਰ ਜਿਵੇਂ ਕਿ ਟੀਚਾ ਮਿਥਿਆ ਗਿਆ ਸੀ ਕਿ ਸਾਲ 2020 ਦੇ ਵਿੱਚ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਤਹਿਤ ਜਿਹੜੇ ਪ੍ਰਵਾਸੀ ਬੁਲਾਉਣੇ ਨੇ ਉਹਨਾਂ ਨੂੰ ਪੱਕੇ ਕੀਤਾ ਜਾਣਾ ਹੈ। PR ਕੀਤੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ਮਿਥੀ ਗਈ ਸੀ ਕਿ 3,41,000 ਦੇ ਕਰੀਬ ਹੋਵੇਗੀ, ਪਰ ਹੋ ਸਕਦਾ ਹੈ ਕਿ ਉਹ ਟੀਚਾ ਇਸ ਵਾਰ ਨਾ ਪੂਰਾ ਹੋ ਪਾਵੇ। ਫਿਲਹਾਲ ਤੇਜ਼ੀ ਦੇ ਨਾਲ ਇਸ ਦੇ ਉੱਤੇ ਕੰਮ ਹਜੇ ਵੀ ਚੱਲ ਰਿਹਾ ਹੈ। ਕਈ ਸਵਾਲ ਪੁੱਛੇ ਜਾ ਰਹੇ ਸੀ ਕਿ ਕਈਆਂ ਨੇ PR ਦੀ ਫਾਈਲ ਲਾਈ ਹੋਈ ਹੈ, ਵਰਕ ਪਰਮਿਟ ਦੀ ਫਾਈਲ ਲਗਾਈ ਹੋਈ ਹੈ, ਤਾਂ ਹੁਣ ਤੱਕ ਤਾਂ ਕੋਵਿਡ-19 ਦੇ ਕਰਕੇ ਕੰਮ ਹੌਲੀ ਸੀ, ਪਰ ਹੁਣ ਅੱਗੇ ਇਸ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਗਿਆ। ਇਹਨਾਂ ਫਾਈਲਾਂ ਦੇ ਉੱਤੇ ਕੰਮ ਤੇਜ਼ ਕਰ ਦਿੱਤਾ ਗਿਆ, ਯਾਨੀ ਕਿ ਛੇਤੀ ਹੀ ਇਸ ਦੇ ਉੱਤੇ ਜਿਨ੍ਹਾਂ ਦੀ ਲੰਮੇ ਚਿਰ ਤੋਂ ਪ੍ਰਕਿਰਿਆ ਚੱਲ ਰਹੀ ਸੀ ਕੋਈ ਨਾ ਕੋਈ ਨਤੀਜਾ ਉਹਨਾਂ ਨੂੰ ਮਿਲ ਜਾਵੇਗਾ। ਤੇ ਇਸ ਪ੍ਰਕਿਰਿਆ ਨੂੰ ਤੇਜ਼ ਕੀਤੇ ਜਾਣ ਦੇ ਬਾਰੇ ਵੀ ਗੱਲ ਹੋਈ ਹੈ ਕਿਉਂਕਿ ਕੰਮ ਹੁਣ ਕਾਫੀ ਜ਼ਿਆਦਾ ਚੰਗੇ ਪੱਧਰ ਦੇ ਉੱਤੇ ਮੁੜ ਤੋਂ ਲੀਹ ਤੇ ਆ ਰਿਹਾ ਹੈ। ਤਾਂ ਉਸ ਤੋਂ ਬਾਅਦ ਰਿਫਿਊਜੀਆਂ ਦੇ ਬਾਰੇ ਜੋ ਪੁੱਛਿਆ ਗਿਆ ਉਸ ਦੇ ਵਿੱਚ ਵੀ ਉਹਨਾਂ ਨੇ ਕਈ ਜਵਾਬ ਦਿੱਤੇ ਕਿ ਇਸ ਦੇ ਉੱਤੇ ਵੀ ਕੰਮ ਚੱਲ ਰਿਹਾ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇੱਕ ਪ੍ਰੋਗਰਾਮ ਜਲਦ ਲਿਆਇਆ ਜਾ ਸਕਦਾ ਜਿਸ ਦੇ ਵਿੱਚ ਰਿਫਿਊਜੀਆਂ ਨੂੰ ਪੱਕੇ ਕਰਨ ਦੇ ਬਾਰੇ ਵੀ ਫੈਸਲੇ ਲਏ ਜਾਣਗੇ। ਤੇ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਮੰਤਰੀ ਨੂੰ ਹੋਰ ਵੀ ਕਈ ਸਵਾਲ ਪੁੱਛੇ ਗਏ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੂਨ ਵਿੱਚ 8 ਜੂਨ ਦੇ ਜੋ ਹਫਤਾ ਸੀ ਉਸ ਦੇ ਵਿੱਚ 300 ਸਿਟੀਜ਼ਨਸ਼ਿਪ ਸੈਰੇਮਨੀਜ਼ ਹੋਈਆਂ ਨੇ ਜੋ ਵਰਚੁਅਲ ਹੋਈਆਂ ਨੇ, ਯਾਨੀ ਕਿ ਆਨਲਾਈਨ ਹੀ ਸਿਟੀਜ਼ਨਸ਼ਿਪ ਸੈਰੇਮਨੀਜ਼ ਹੋਈਆਂ ਤੇ ਲੋਕਾਂ ਨੂੰ ਸਰਟੀਫਿਕੇਟ ਦਿੱਤੇ ਗਏ, ਨਾਗਰਿਕਤਾ ਦਿੱਤੀ ਗਈ ਹੈ ਕੈਨੇਡਾ ਦੀ। ਤੇ ਕੁਝ ਇਸੇ ਤਰ੍ਹਾਂ ਅੱਗੇ ਹੋਵੇਗਾ ਤੇ ਟੈਸਟ ਦੇ ਬਾਰੇ ਵੀ ਜਲਦ ਫੈਸਲੇ ਲਏ ਜਾਣਗੇ। ਨਾ ਸਿਰਫ ਇਹ ਤੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 11 ਵਿੱਚੋਂ 9 ਭਾਈਚਾਰਿਆਂ ਨੇ ਜੋ RINP ਪ੍ਰੋਗਰਾਮ ਜੋ ਕਿ ਰੂਰਲ ਖੇਤਰਾਂ ਵਿੱਚ, ਪੇਂਡੂ ਖੇਤਰਾਂ ਦੇ ਵਿੱਚ ਕਾਮਿਆਂ ਨੂੰ ਬੁਲਾਉਣ ਦੇ ਬਾਰੇ ਪ੍ਰੋਗਰਾਮ ਸ਼ੁਰੂ ਹੋਇਆ ਸੀ, ਉਸ ਨੂੰ 11 ਵਿੱਚੋਂ 9 ਭਾਈਚਾਰਿਆਂ ਨੇ ਸ਼ੁਰੂ ਕਰ ਦਿੱਤਾ ਹੈ। ਯਾਨੀ ਕਿ ਪ੍ਰਵਾਸੀਆਂ ਨੂੰ ਬੁਲਾਉਣ ਦੇ ਵਾਸਤੇ ਵੱਖੋ ਵੱਖਰੇ ਪ੍ਰੋਗਰਾਮ ਤੇ ਇਸ ਦੇ ਉੱਤੇ ਕੰਮ ਚੱਲ ਰਿਹਾ ਹੈ। ਤੇ ਇਸ ਦੇ ਨਾਲ ਹੀ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਪੁੱਛਿਆ ਗਿਆ ਕਿ ਜਿਹੜੇ ਵਿਦਿਆਰਥੀ ਹਜੇ ਨਹੀਂ ਆ ਸਕਦੇ ਤੇ ਜਿਨ੍ਹਾਂ ਦੀ ਪੜ੍ਹਾਈ ਕੈਨੇਡਾ ਦੇ ਵਿੱਚ ਇਹਨਾਂ ਮਹੀਨਿਆਂ 'ਚ ਸ਼ੁਰੂ ਹੋਣੀ ਸੀ ਉਹ ਕੀ ਕਰਨਗੇ। ਤਾਂ ਇਸ ਦੇ ਉੱਤੇ ਉਹਨਾਂ ਨੇ ਸਾਫ਼ ਤੌਰ 'ਤੇ ਤਾਂ ਦੱਸਿਆ ਨਹੀਂ ਕਿ ਆਖਿਰ ਕਿਹੜਾ ਅੱਗੇ ਕਦਮ ਚੁੱਕਿਆ ਜਾਣਾ, ਪਰ ਇਹ ਜ਼ਰੂਰ ਕਿਹਾ ਕਿ ਇਸ ਦੇ ਉੱਤੇ ਇਮੀਗ੍ਰੇਸ਼ਨ ਵਿਭਾਗ ਕੰਮ ਕਰ ਰਿਹਾ ਹੈ ਤੇ ਜਲਦੀ ਹੀ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਕਿ ਉਡੀਕ ਕਰ ਰਹੇ ਨੇ ਕਿ ਉਹਨਾਂ ਨੂੰ ਕੈਨੇਡਾ ਆਉਣ ਦਾ ਮੌਕਾ ਕਿਵੇਂ ਮਿਲੇਗਾ ਤੇ ਜਿਨ੍ਹਾਂ ਕੋਲ ਸਟੱਡੀ ਪਰਮਿਟ ਹਜੇ ਨਹੀਂ ਹੈਗਾ ਪਰ ਉਹਨਾਂ ਦਾ ਅਪਰੂਵ ਹੋ ਗਿਆ, ਵੀਜ਼ਾ ਉਹਨਾਂ ਦਾ ਆ ਗਿਆ ਤੇ ਉਹਨਾਂ ਦੇ ਵਾਸਤੇ ਵੀ ਜਲਦ ਐਲਾਨ ਹੋ ਸਕਦਾ ਹੈ। ਇਸ ਦੇ ਉੱਤੇ ਜਿਵੇਂ ਹੀ ਐਲਾਨ ਕੀਤਾ ਜਾਂਦਾ ਅਸੀਂ ਨਾਲ ਹੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਵਾਂਗੇ, ਜਿਸ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਫਿਲਹਾਲ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਉਹਨਾਂ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਜਿਹੜੇ ਆਉਣ ਵਾਲੇ ਨੇ ਤੇ ਨਾਲ ਹੀ ਜਿਹੜੀ ਜਾਣਕਾਰੀ ਉਹਨਾਂ ਨੇ ਆਉਂਦੇ ਸਮੇਂ ਦੇ ਵਿੱਚ ਦੇਣੀ ਹੈ। ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਜਿਹੜੀ ਉਡੀਕ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਵੀਜ਼ਾ ਤਾਂ ਆ ਗਿਆ ਪਰ ਆਖਿਰ ਕਦੋਂ ਕੈਨੇਡਾ ਆ ਸਕਦੇ ਨੇ ਉਹਨਾਂ ਦੇ ਬਾਰੇ ਵੀ ਜਲਦ ਐਲਾਨ ਹੋ ਸਕਦਾ ਹੈ। ਇਸ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅੱਜ ਸਵੇਰੇ ਕੈਲਗਰੀ ਦੇ ਵਿੱਚ ਇੱਕ ਹਾਦਸਾ ਵਾਪਰਿਆ। ਇੱਕ ਬੱਚੀ ਖੇਡ ਰਹੀ ਸੀ ਤੇ ਇਸ ਦੌਰਾਨ ਇੱਕ ਗੱਡੀ ਉਸ ਨੂੰ ਟੱਕਰ ਮਾਰ ਕੇ ਚਲੀ ਗਈ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਬੱਚੀ ਦੀ ਉਮਰ ਮਹਿਜ਼ 17 ਮਹੀਨੇ ਹੈ, ਜਿਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜੋ ਕਿ ਆਪਣੀ ਵੱਡੀ ਭੈਣ ਜਿਸ ਦੀ ਉਮਰ 17 ਸਾਲ ਹੈ ਉਸ ਦੇ ਨਾਲ ਖੇਡ ਰਹੀ ਸੀ। ਜਿਸ ਤੋਂ ਬਾਅਦ ਉਸਨੇ ਇਹ ਜਾਣਕਾਰੀ ਦਿੱਤੀ ਹੈ ਕਿ ਬੱਚੀ ਨੂੰ ਇੱਕ ਹਰੇ ਰੰਗ ਦਾ ਵਾਹਨ ਟੱਕਰ ਮਾਰ ਕੇ ਗਿਆ
ਤੇ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਉਸ ਵਾਹਨ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕੀਤੀ ਜਾਵੇ, ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਪੈਰਾਮੈਡਿਕਸ ਨੂੰ 0 ਤੋਂ 100 ਬਲਾਕ ਡੀਅਰਫੀਲਡ ਵਿਲਾਸ ਸਾਊਥ ਈਸਟ ਦੇ ਵੱਲ ਬੁਲਾਇਆ ਗਿਆ ਸੀ ਸਵੇਰੇ 10:30 ਵਜੇ। ਤੇ ਜਦੋਂ ਉਹ ਪਹੁੰਚੇ ਤਾਂ ਉੱਥੇ ਬੱਚੀ ਗੰਭੀਰ ਹਾਲਤ ਦੇ ਵਿੱਚ ਮੌਜੂਦ ਸੀ। 17 ਮਹੀਨੇ ਦੀ ਬੱਚੀ ਨੂੰ ਤੁਰੰਤ ਐਲਬਰਟਾ ਦੇ ਚਿਲਡਰਨਸ ਹਸਪੀਟਲ ਵਿੱਚ ਪਹੁੰਚਾਇਆ ਗਿਆ। ਨਾਲ ਹੀ ਪੁਲਿਸ ਨੇ ਦੱਸਿਆ ਕਿ ਜਿਹੜਾ ਉਹ ਹਰੇ ਰੰਗ ਦਾ ਵਾਹਨ ਹੈ ਉਹ ਇੱਕ SUV ਗੱਡੀ ਦੱਸੀ ਗਈ ਹੈ। ਜੇਕਰ ਕਿਸੇ ਨੂੰ ਵੀ ਉਸ ਗੱਡੀ ਦੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ 4032661234 ਦੇ ਉੱਤੇ ਸਿੱਧਾ ਪੁਲਿਸ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ ਸੰਪਰਕ ਕਰਕੇ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ, ਜੋ ਕਿ ਹਵਾ ਦੀ ਗੁਣਵੱਤਾ ਦੇ ਵਧਣ ਦੇ ਬਾਰੇ ਹੈ। ਵਾਤਾਵਰਣ ਦੇ ਬਾਰੇ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਦੇ ਵਿੱਚ ਮੈਟਰੋ ਵੈਨਕੂਵਰ 'ਚ ਖਾਸ ਤੌਰ ਤੇ ਵੈਨਕੂਵਰ ਤੋਂ ਲੈ ਕੇ ਹੋਪ ਤੱਕ ਕਿਸ ਤਰ੍ਹਾਂ ਹਵਾ ਦੀ ਗੁਣਵੱਤਾ 'ਚ ਵਾਧਾ ਹੋਇਆ ਹੈ ਤੇ ਕੋਵਿਡ-19 ਦੇ ਦੌਰਾਨ ਜਿਹੜੇ ਹਾਲਾਤ ਬਣੇ ਉਸ ਦੌਰਾਨ ਵਾਤਾਵਰਣ ਨੂੰ ਕਿਵੇਂ ਫਾਇਦਾ ਹੋਇਆ, ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕੋਵਿਡ-19 ਦੇ ਕਰਕੇ ਜਿਹੜੇ ਹਾਲਾਤ ਬਣੇ ਇਸ ਦੌਰਾਨ ਵਾਤਾਵਰਣ ਨੂੰ ਵੀ ਕਾਫੀ ਜ਼ਿਆਦਾ ਲਾਭ ਹੋਇਆ ਹੈ, ਜਿਸ ਦੀਆਂ ਵੱਖਰੀਆਂ ਰਿਪੋਰਟਸ ਵੀ ਸਾਹਮਣੇ ਆ ਰਹੀਆਂ ਨੇ, ਕਿਉਂਕਿ ਕਈ ਕੰਮ ਰੁਕ ਗਏ, ਫੈਕਟਰੀਆਂ ਦੇ ਕੰਮ ਵੀ ਰੁਕ ਗਏ ਸਨ ਕਈ, ਤੇ ਖਾਸ ਤੌਰ ਤੇ ਆਵਾਜਾਈ ਰੁਕ ਗਈ ਸੀ, ਜਿਸ ਦੇ ਕਰਕੇ ਕਾਫੀ ਜ਼ਿਆਦਾ ਹਵਾ ਦੀ ਗੁਣਵੱਤਾ ਦੇ ਉੱਤੇ ਫਰਕ ਪਿਆ ਹੈ। ਇਸ ਦੌਰਾਨ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਦੇ ਵਿੱਚ ਜਾਰੀ ਕੀਤੀ ਗਈ ਜਾਣਕਾਰੀ 'ਚ ਦੱਸਿਆ ਗਿਆ ਹੈ ਕਿ ਮੈਟਰੋ ਵੈਨਕੂਵਰ 'ਚ ਪਿਛਲੇ 10 ਦਹਾਕਿਆਂ ਤੋਂ ਇੰਨਾ ਜ਼ਿਆਦਾ ਹਵਾ ਦੀ ਗੁਣਵੱਤਾ ਦੇ ਵਿੱਚ ਵਾਧਾ ਹੁੰਦਾ ਨਹੀਂ ਦੇਖਿਆ ਗਿਆ ਸੀ, ਜੋ ਕਿ ਇਸ ਸਮੇਂ ਦੇਖਿਆ ਜਾ ਰਿਹਾ ਹੈ। ਜੇਕਰ ਸਾਲ 2017 ਤੇ 2018 ਦੀ ਗੱਲ ਕਰੀਏ ਤਾਂ ਉਸ ਸਮੇਂ ਤਾਂ ਜੰਗਲਾਂ ਨੂੰ ਅੱਗ ਲੱਗਣ ਕਰਕੇ ਧੂਏ ਦੀ ਇੱਕ ਤਰ੍ਹਾਂ ਨਾਲ ਪਰਤ ਬਣ ਗਈ ਸੀ, ਜਿਸ ਦੇ ਨਾਲ ਹਵਾ ਦੀ ਗੁਣਵੱਤਾ ਦੇ ਉੱਤੇ ਕਾਫੀ ਜ਼ਿਆਦਾ ਫਰਕ ਪਿਆ ਸੀ। ਪਰ ਇਸ ਸਮੇਂ ਜੋ ਜਾਣਕਾਰੀ ਜਾਰੀ ਹੋਈ ਹੈ ਉਸ ਵਿੱਚ ਦੱਸਿਆ ਗਿਆ ਹੈ ਕਿ ਵੈਨਕੂਵਰ ਤੋਂ ਲੈ ਕੇ ਹੋਪ ਤੱਕ ਹਵਾ ਦੀ ਗੁਣਵੱਤਾ ਦੇ ਵਿੱਚ ਵਾਧਾ ਹੋਇਆ ਦੇਖਿਆ ਗਿਆ, ਜਿਸ ਦੇ ਨਾਲ ਵਾਤਾਵਰਣ ਨੂੰ ਕਾਫੀ ਜ਼ਿਆਦਾ ਫਾਇਦਾ ਹੋ ਰਿਹਾ ਹੈ। ਇਸ ਦੇ ਨਾਲ ਹੀ ਵਾਤਾਵਰਣ ਦੇ ਵਿੱਚ ਜਿਹੜੀਆਂ ਬੁਰੀਆਂ ਗੈਸਾਂ ਮੌਜੂਦ ਨੇ ਉਹ ਖਤਮ ਹੋ ਰਹੀਆਂ ਨੇ ਤੇ ਚੰਗੀਆਂ ਵੱਧ ਰਹੀਆਂ ਨੇ, ਜਿਸ ਦੇ ਨਾਲ ਜੀਵਾਂ ਨੂੰ ਵੀ ਕਾਫੀ ਜ਼ਿਆਦਾ ਵਧੀਆ ਮਾਹੌਲ ਮਿਲ ਰਿਹਾ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸਲਫਰ ਡਾਈਆਕਸਾਈਡ ਦੀਆਂ ਪਰਤਾਂ ਦੇ ਲੈਵਲ ਵੀ ਕਾਫੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਵਧੀਆ ਹੋ ਰਹੇ ਨੇ। ਇਸ ਦੇ ਨਾਲ ਹੀ ਓਜ਼ੋਨ ਲੇਅਰ ਦੇ ਵਿੱਚ ਵੀ ਕਾਫੀ ਫਰਕ ਦੇਖਣ ਨੂੰ ਮਿਲਿਆ ਹੈ, ਜੋ ਕਿ ਸਿਰਫ ਕੈਨੇਡਾ ਹੀ ਨਹੀਂ ਸਗੋਂ ਬਾਕੀ ਹੋਰ ਥਾਵਾਂ ਦੇ ਉੱਤੇ ਵੀ ਹਵਾ ਦੇ ਵਿੱਚ ਅਜਿਹੇ ਫਰਕ ਦੇਖਣ ਨੂੰ ਮਿਲੇ ਨੇ, ਕਿਉਂਕਿ ਵਾਤਾਵਰਣ ਸਾਰਿਆਂ ਦਾ ਇੱਕੋ ਹੈ ਤੇ ਸਾਰੇ ਵਾਤਾਵਰਣ ਦੇ ਵਿੱਚ ਹੀ ਗੁਣਵੱਤਾ 'ਚ ਵਾਧਾ ਦੇਖਣ ਨੂੰ ਮਿਲਿਆ, ਜਿਸ ਦੇ ਨਾਲ ਧਰਤੀ ਨੂੰ ਵੀ ਫਾਇਦਾ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਆਵਾਜਾਈ ਰੁਕਣ ਦੇ ਨਾਲ ਜੋ ਕਾਫੀ ਸਮੇਂ ਦੇ ਵਾਸਤੇ ਜਹਾਜ਼ਾਂ ਦੀ ਆਵਾਜਾਈ ਦੇ ਉੱਤੇ ਕਾਫੀ ਪ੍ਰਭਾਵ ਪਿਆ ਸੀ, ਉਸ ਦੇ ਨਾਲ ਵਾਤਾਵਰਣ ਨੂੰ ਕਾਫੀ ਜ਼ਿਆਦਾ ਫਾਇਦਾ ਹੋਇਆ ਹੈ। ਸਸਕੈਚੁਅਨ ਸਰਕਾਰ ਇੱਕ ਕਾਨੂੰਨ ਪਾਸ ਕਰਨ ਜਾ ਰਹੀ ਹੈ, ਜਿਸ ਦੇ ਵਿੱਚ ਸਰਕਾਰ ਤੇ ਪੁਲਿਸ ਮਿਲ ਕੇ ਕੰਮ ਕਰਨਗੇ। ਇਸ ਕਾਨੂੰਨ ਦੇ ਤਹਿਤ ਜਦੋਂ ਵੀ ਕਿਸੇ ਨੇ ਵਿਆਹ ਕਰਵਾਉਣਾ ਹੈ ਤਾਂ ਜੀਵਨ ਸਾਥੀ ਦੇ ਬਾਰੇ ਉਸਦਾ ਪਿਛਲਾ ਰੈਕਡ ਪਤਾ ਲੱਗੇਗਾ ਕਿ ਆਖਿਰ ਕੋਈ ਉਸਨੇ ਪਹਿਲਾਂ ਕੋਈ ਬੁਰਾ ਕੰਮ ਤਾਂ ਨਹੀਂ ਕੀਤਾ, ਕਿ ਕੋਈ ਹਿੰਸਾ ਤਾਂ ਨਹੀਂ ਉਹ ਬਾਅਦ 'ਚ ਕਰੇਗਾ ਵਿਆਹ ਤੋਂ ਬਾਅਦ, ਜਿਸ ਤੋਂ ਬਾਅਦ ਹੋ ਸਕਦਾ ਕਿ ਜ਼ਿੰਦਗੀ ਨੂੰ ਵੀ ਖਤਰਾ ਹੋ ਜੇ। ਤਾਂ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ ਜੇਕਰ ਮੰਗੀ ਜਾਵੇ ਉਹਨਾਂ ਤੋਂ, ਪਰ RCMP ਨੇ ਇਸ ਪ੍ਰੋਗਰਾਮ ਨੂੰ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਸਕੈਚੁਅਨ ਵਿੱਚ ਅਗਲੇ ਹਫ਼ਤੇ ਤੱਕ ਕੁਝ ਅਜਿਹਾ ਕਾਨੂੰਨ ਲਾਗੂ ਕੀਤਾ ਜਾਣ ਵਾਲਾ ਹੈ, ਜਿਸ ਦੇ ਵਿੱਚ ਜਦੋਂ ਕਿਸੇ ਨੇ ਵੀ ਵਿਆਹ ਕਰਵਾਉਣਾ ਹੈ ਤਾਂ ਉਸ ਨੂੰ ਉਸਦੇ ਜੀਵਨ ਸਾਥੀ ਦੇ ਕ੍ਰਿਮੀਨਲ ਰੈਕਡ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ, ਜਿਸ ਦੇ ਵਿੱਚ ਜੇਕਰ ਕੋਈ ਵੀ ਵਿਆਹ ਕਰਵਾ ਰਿਹਾ ਹੈ ਤਾਂ ਉਹ ਪਤਾ ਕਰ ਸਕਦਾ ਹੈ ਕਿ ਜੋ ਉਸਦਾ ਜੀਵਨ ਸਾਥੀ ਹੈ ਉਸਦਾ ਪਹਿਲਾ ਰੈਕਡ ਕਿਵੇਂ ਰਿਹਾ ਹੈ, ਤਾਂ ਕਿ ਉਸ ਨੂੰ ਜਾਣਕਾਰੀ ਹੋਵੇ ਕਿ ਕਿਤੇ ਉਸ ਦਾ ਪਹਿਲਾਂ ਕੋਈ ਕ੍ਰਿਮੀਨਲ ਰੈਕਡ ਕੁਝ ਅਜਿਹਾ ਤਾਂ ਨਹੀਂ ਹੈ ਕਿ ਉਸ ਦੇ ਵਿੱਚ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਸਕਦਾ ਹੈ। ਕਿਉਂਕਿ ਇੱਕ ਸਸਕੈਚੁਅਨ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਕਲੇਅਰ ਵੁੱਡ ਦੀ ਹੱਤਿਆ ਹੋਈ ਸੀ, ਕਿਉਂਕਿ ਉਸ ਦੇ ਜੀਵਨ ਸਾਥੀ ਦਾ ਕ੍ਰਿਮੀਨਲ ਰੈਕਡ ਵੀ ਸੀ ਤੇ ਪਹਿਲਾਂ ਉਸ ਨੂੰ ਪੁਲਿਸ ਜਾਣਦੀ ਸੀ ਕਿ ਹਿੰਸਾ ਉਸ ਦੇ ਵੱਲੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਪਹਿਲਾਂ ਕਲੇਅਰ ਵੁੱਡ ਨੂੰ ਪਤਾ ਹੁੰਦਾ ਕਿ ਉਸ ਦੇ ਜੀਵਨ ਸਾਥੀ ਦੇ ਵੱਲੋਂ ਕਈ ਅਜਿਹੇ ਕੰਮ ਕੀਤੇ ਗਏ ਨੇ ਜੋ ਹਿੰਸਾ ਭਰੇ ਸਨ ਤੇ ਉਸ ਦੇ ਨਾਲ ਵੀ ਅਜਿਹਾ ਹੋ ਸਕਦਾ ਹੈ, ਤਾਂ ਸ਼ਾਇਦ ਉਸ ਦੀ ਜਾਨ ਬਚ ਸਕਦੀ ਸੀ। ਤਾਂ ਕੁਝ ਇਸੇ ਤਰ੍ਹਾਂ ਹੁਣ ਸੂਬੇ ਦੇ ਵਿੱਚ ਅਜਿਹੀ ਜਾਣਕਾਰੀ ਦਿੱਤੇ ਜਾਣ ਦੇ ਵਾਸਤੇ ਸੂਬੇ ਵੱਲੋਂ ਕਿਹਾ ਗਿਆ ਹੈ, ਜਿਸ ਦੇ ਵਿੱਚ ਉਹਨਾਂ ਨੇ ਪੁਲਿਸ ਤੋਂ ਸਹਿਯੋਗ ਮੰਗਿਆ, ਪਰ RCMP ਨੇ ਇਸ ਦੇ ਵਿੱਚ ਸਹਿਯੋਗ ਦੇਣ ਤੋਂ ਮਨਾ ਕਰ ਦਿੱਤਾ। ਸੂਬੇ ਨੇ ਜਾਣਕਾਰੀ ਦਿੱਤੀ ਹੈ ਕਿ ਸਸਕੈਚੁਅਨ ਵਿੱਚ ਕਈ ਥਾਵਾਂ ਦੇ ਉੱਤੇ RCMP ਦੇ ਵੱਲੋਂ ਵਾਗਡੋਰ ਸੰਭਾਲੀ ਜਾਂਦੀ ਹੈ ਪੁਲਿਸ ਦੀ, ਜਿੱਥੇ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਕਿਸੇ ਦੇ ਵੀ
ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨਗੇ। ਇਸ ਨੂੰ ਲੈ ਕੇ ਸਸਕੈਚੁਅਨ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਦੇ ਨਾਲ ਕਈਆਂ ਦੀ ਜ਼ਿੰਦਗੀ ਖਤਰੇ ਵਿੱਚ ਪੈਂਦੀ ਹੈ, ਜਿਸ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ ਸੀ, ਪਰ RCMP ਨੇ ਇਸ ਦੇ ਵਿੱਚ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਨਿੱਜੀ ਜਾਣਕਾਰੀ ਤੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਫੈਸਲੇ ਲਏ ਜਾਂਦੇ ਨੇ ਉਸ ਦੇ ਤਹਿਤ ਪ੍ਰਾਈਵੇਸੀ ਨੂੰ ਦੇਖਦੇ ਹੋਏ RCMP ਦੇ ਵੱਲੋਂ ਇਸ ਕਾਨੂੰਨ ਨੂੰ ਸਹਿਯੋਗ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਹੁਣ ਰੁਖ ਅਗਲੀ ਖਬਰ ਦੇ ਵੱਲ, ਜੋ ਕਿ ਅੰਕੜੇ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਭਰ ਵਿੱਚ ਹਰ ਸੂਬੇ 'ਚ ਐਕਟਿਵ ਕੇਸ ਕਿੰਨੇ ਕੁ ਨੇ ਤੇ ਮੌਤਾਂ ਕਿੰਨੀਆਂ ਹੋ ਚੁੱਕੀਆਂ ਨੇ। ਕੈਨੇਡਾ ਭਰ ਵਿੱਚ ਇਸ ਸਮੇਂ 1,02,000 ਦੇ ਕਰੀਬ COVID-19 ਦੇ ਕੇਸ ਹੋ ਚੁੱਕੇ ਨੇ ਕੁੱਲ, ਜਿਨ੍ਹਾਂ ਵਿੱਚੋਂ 64,000 ਤੋਂ ਵੱਧ ਠੀਕ ਵੀ ਹੋ ਚੁੱਕੇ ਨੇ ਤੇ 8436 ਮੌਤਾਂ ਹੋ ਚੁੱਕੀਆਂ ਨੇ। ਐਲਬਰਟਾ ਦੇ ਵਿੱਚ ਕਰੀਬ ਐਕਟਿਵ ਕੇਸ ਇਸ ਸਮੇਂ 534 ਨੇ ਤੇ 153 ਹੁਣ ਤੱਕ ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਕਰੀਬ 182 ਐਕਟਿਵ ਕੇਸ ਨੇ ਤੇ 169 ਦੇ ਕਰੀਬ ਮੌਤਾਂ ਹੋਈਆਂ ਨੇ। ਮੈਨੀਟੋਬਾ ਦੇ ਵਿੱਚ ਕਰੀਬ 14 ਐਕਟਿਵ ਕੇਸ ਨੇ ਇਸ ਸਮੇਂ ਤੇ ਹੁਣ ਤੱਕ 7 ਮੌਤਾਂ ਹੋਈਆਂ ਨੇ। ਨਿਊ ਬ੍ਰੰਸਵਿਕ ਦੇ ਵਿੱਚ ਹੁਣ ਤੱਕ 27 ਐਕਟਿਵ ਕੇਸ ਦੱਸੇ ਗਏ ਨੇ ਤੇ ਨਾਲ ਹੀ 2 ਹੁਣ ਤੱਕ ਉੱਥੇ ਮੌਤਾਂ ਦੇ ਮਾਮਲੇ ਸਾਹਮਣੇ ਆਏ ਨੇ। ਨਿਊਫਾਊਂਡਲੈਂਡ ਦੇ ਵਿੱਚ ਫਿਲਹਾਲ ਇੱਕ ਵੀ ਐਕਟਿਵ ਕੇਸ ਨਹੀਂ ਦੱਸਿਆ ਜਾ ਰਿਹਾ, ਪਰ ਉੱਥੇ ਹੁਣ ਤੱਕ 3 ਮੌਤਾਂ ਜ਼ਰੂਰ ਹੋਈਆਂ ਨੇ। ਨੋਵਾ ਸਕੋਸ਼ੀਆ ਦੇ ਵਿੱਚ ਵੀ ਫਿਲਹਾਲ ਇੱਕ ਵੀ ਐਕਟਿਵ ਕੇਸ ਨਹੀਂ ਦੱਸਿਆ ਜਾ ਰਿਹਾ ਤੇ 63 ਮੌਤਾਂ ਉੱਥੇ ਜ਼ਰੂਰ ਹੋਈਆਂ ਨੇ ਤੇ ਓਨਟਾਰੀਓ ਦੇ ਵਿੱਚ 2050 ਐਕਟਿਵ ਕੇਸ ਦੱਸੇ ਗਏ ਨੇ ਤੇ 2654 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਦੇ ਉੱਤੇ 27 ਮਾਮਲੇ ਸਨ, ਜਿਨ੍ਹਾਂ ਦੇ ਵਿੱਚੋਂ ਹੁਣ ਇੱਕ ਵੀ ਮਾਮਲਾ ਐਕਟਿਵ ਨਹੀਂ ਦੱਸਿਆ ਜਾ ਰਿਹਾ ਤੇ ਨਾ ਹੀ ਉੱਥੇ ਕੋਈ ਮੌਤ ਹੋਈ ਹੈ। ਕਿਊਬੈਕ ਦੇ ਵਿੱਚ 25,912 ਦੇ ਕਰੀਬ ਐਕਟਿਵ ਕੇਸ ਦੱਸੇ ਗਏ ਨੇ ਤੇ 5417 ਮੌਤਾਂ ਉੱਥੇ ਹੁਣ ਤੱਕ ਹੋ ਚੁੱਕੀਆਂ ਨੇ। ਸਸਕੈਚਵਨ ਦੇ ਵਿੱਚ ਐਕਟਿਵ ਕੇਸ ਹੁਣ ਤੱਕ 95 ਦੇ ਕਰੀਬ ਦੱਸੇ ਗਏ ਨੇ ਤੇ 13 ਮੌਤਾਂ ਉੱਥੇ ਹੁਣ ਤੱਕ ਹੋ ਚੁੱਕੀਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ ਕੋਈ ਵੀ ਐਕਟਿਵ ਕੇਸ ਨਹੀਂ ਦੱਸਿਆ ਗਿਆ ਤੇ ਨਾ ਹੀ ਯੂਕੋਨ ਦੇ ਵਿੱਚ ਹੁਣ ਤੱਕ ਕੋਈ ਐਕਟਿਵ ਕੇਸ ਇਸ ਸਮੇਂ ਦੱਸਿਆ ਗਿਆ। ਅਗਲੀ ਖਬਰ ਹੈ ਕਿ ਚੀਨ ਦੇ ਵਿੱਚ ਜਿਵੇਂ ਕਿ 2 ਕੈਨੇਡਾ ਨਾਗਰਿਕ ਨੇ ਜਿਹੜੇ ਉਹਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦੇ ਉੱਤੇ ਕਿਹਾ ਕਿ ਉਹ ਉਸੇ ਨਾਲ ਸੰਬੰਧਿਤ ਹੈ। ਚੀਨ ਦੇ ਵੱਲੋਂ ਇਸ ਨੂੰ ਕਬੂਲਿਆ ਵੀ ਗਿਆ ਹੈ ਕਿ ਜੋ ਮੰਗ ਵਾਂਜੋ ਦੀ ਗ੍ਰਿਫਤਾਰੀ ਹੋਈ ਹੈ, ਚੀਨ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਮੰਗ ਵਾਂਜੋ ਨੂੰ ਛੱਡ ਦਿੱਤਾ ਜਾਵੇ ਕੈਨੇਡਾ ਦੇ ਵੱਲੋਂ, ਤਾਂ ਉਹ ਕੈਨੇਡਾ ਦੇ ਨਾਗਰਿਕਾਂ ਨੂੰ ਵੀ ਛੱਡ ਦੇਣਗੇ। ਜਿਸ ਤੋਂ ਬਾਅਦ ਮਾਈਕਲ ਕੋਵਰਿਗ, ਜੋ ਉਹਨਾਂ ਦੋਵਾਂ ਨਾਗਰਿਕਾਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਕਿ ਚੀਨ ਦੇ ਵੱਲੋਂ ਉੱਥੇ ਗ੍ਰਿਫਤਾਰ ਕੀਤਾ ਗਿਆ, ਮਾਮਲੇ ਦਰਜ ਕੀਤੇ ਗਏ, ਉਸ ਦੀ ਪਤਨੀ ਦੇ ਵੱਲੋਂ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ। ਉੱਥੇ ਉਸ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਕੈਨੇਡਾ ਸਰਕਾਰ ਇਸ ਦੇ ਉੱਤੇ ਹੋਰ ਜ਼ਿਆਦਾ ਕੋਸ਼ਿਸ਼ ਕਰ ਸਕਦੀ ਹੈ, ਜਿਹੜਾ ਕਿ ਹੈ ਕਿ ਸਿਰਫ ਬਿਆਨਾਂ ਦੇ ਨਾਲ ਕੁਝ ਨਹੀਂ ਹੋਣਾ, ਇਸ ਦੇ ਉੱਤੇ ਕਦਮ ਸਖਤ ਚੁੱਕੇ ਜਾਣ ਤੇ ਉਹਨਾਂ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਤੇ ਇਸ ਦੇ ਉੱਤੇ ਮੰਗ ਵੀ ਕੀਤੀ ਜਾ ਰਹੀ ਹੈ, ਲੋਕਾਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇ ਤੇ ਜਿਹੜੇ 2 ਕੈਨੇਡਾ ਦੇ ਨਾਗਰਿਕ ਚੀਨ ਦੇ ਵਿੱਚ ਗ੍ਰਿਫਤਾਰੀ ਦੇ ਵਿੱਚ ਨੇ ਉਹਨਾਂ ਨੂੰ ਛੁਡਵਾਇਆ ਜਾਵੇ। ਪਰ ਇੱਥੇ ਜ਼ਿਕਰਯੋਗ ਹੈ ਕਿ ਵਾਵੇ ਦੇ ਵਿੱਤੀ ਵਿਭਾਗ ਦੀ ਮੁਖੀ ਨੂੰ ਕੈਨੇਡਾ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ, ਤਾਂ ਉਧਰ ਅਮਰੀਕਾ ਦੇ ਵੱਲੋਂ ਮੰਗ ਵਾਂਜੋ ਦੀ ਮੰਗ ਕੀਤੀ ਜਾ ਰਹੀ ਹੈ, ਪਰ ਚੀਨ ਦੇ ਵੱਲੋਂ ਕਹਿਣਾ ਹੈ ਕਿ ਮੰਗ ਵਾਂਜੋ ਨੂੰ ਕੈਨੇਡਾ ਛੱਡ ਦੇਵੇ ਤੇ ਅਮਰੀਕਾ ਨੂੰ ਨਾ ਸੌਂਪਿਆ ਜਾਵੇ। ਚੀਨ ਦੇ ਵੱਲੋਂ ਹਰ ਪ੍ਰਕਾਰ ਨਾਲ ਕੈਨੇਡਾ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਚੀਨ ਨੇ ਨਾ ਸਿਰਫ 2 ਕੈਨੇਡਾ ਨਾਗਰਿਕ ਗ੍ਰਿਫਤਾਰ ਕੀਤੇ, ਸਗੋਂ ਵਪਾਰਕ ਤੌਰ ਤੇ ਵੀ ਕੈਨੇਡਾ ਦੇ ਉੱਤੇ ਦਬਾਅ ਬਣਾਉਣ ਦੀ ਹਰ ਪੱਖੋਂ ਕੋਸ਼ਿਸ਼ ਕੀਤੀ ਹੈ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਪੀਲ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਦੇ ਗੋਲੀਆਂ ਮਾਰੀਆਂ ਗਈਆਂ। ਘਰ ਦੇ ਵਿੱਚ 62 ਸਾਲਾ ਉਸ ਵਿਅਕਤੀ ਦੀ ਉਮਰ ਸੀ ਤੇ ਭਾਈਚਾਰੇ ਵੱਲੋਂ ਮਿਲ ਕੇ ਉਸ ਤੋਂ ਬਾਅਦ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਕਿ ਪਬਲਿਕ ਇਨਕੁਆਇਰੀ ਉਸ ਦੇ ਉੱਤੇ ਹੋਵੇ, ਜਿਨ੍ਹਾਂ ਕਿਹਾ ਕਿ ਜੋ ਸੂਬੇ ਦੇ ਵੱਲੋਂ ਜੋ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਉਸ ਦੇ ਉੱਤੇ ਉਹਨਾਂ ਨੂੰ ਯਕੀਨ ਨਹੀਂ ਹੈ ਤੇ ਨਾਲ ਹੀ ਹੋਰ ਕੀ ਮੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਕੀ ਇਹ ਪੂਰਾ ਮਾਮਲਾ ਉਹ ਤੁਹਾਨੂੰ ਦਿਖਾਉਂਦੇ ਹਾਂ। 62 ਸਾਲਾ ਵਿਅਕਤੀ ਜਿਸ ਦੀ ਕਿ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ, ਉਸ ਦੇ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੁਝ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਹਨਾਂ ਨੂੰ ਸੂਬੇ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਹੈ। ਮਿਸੀਸਾਗਾ ਦੇ ਵਿੱਚ ਇੱਕ ਘਟਨਾ ਸ਼ਨੀਵਾਰ ਨੂੰ ਵਾਪਰੀ, ਜਿਸ ਤੋਂ ਬਾਅਦ 62 ਸਾਲਾ ਵਿਅਕਤੀ ਜਿਸ ਦੀ ਮੌਤ ਹੋਈ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਨਤਕ ਤੌਰ ਦੇ ਉੱਤੇ ਇਸ ਦੀ ਇਨਕੁਆਇਰੀ ਹੋਵੇ ਤਾਂ ਕਿ ਪਾਰਦਰਸ਼ਤਾ ਵੀ ਹੋਵੇ ਤੇ ਉਹਨਾਂ ਨੂੰ ਇਨਸਾਫ ਮਿਲ ਸਕੇ। ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਦੇ ਉੱਤੇ ਗੋਲੀਆਂ ਚਲਾਈਆਂ ਜੋ ਕਿ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਤੇ ਉਸ ਦੇ ਕੋਲ ਕੋਈ ਹਥਿਆਰ ਨਹੀਂ ਸੀ। ਉਸ ਦੇ ਪਿੱਛੇ 4 ਬੱਚੇ ਤੇ ਪਤਨੀ ਇਕੱਲੇ ਰਹਿ ਗਏ ਨੇ। ਇਸ ਦੇ ਨਾਲ ਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ 62 ਸਾਲਾ ਵਿਅਕਤੀ ਦੀ ਪਛਾਣ ਮੁਸਲਿਮ ਕਾਉਂਸਲ ਆਫ ਪੀਲ ਦੇ ਵੱਲੋਂ ਇਜਾਜ਼ ਚੌਧਰੀ ਵਜੋਂ ਕੀਤੀ ਗਈ ਹੈ।
ਜਿਨ੍ਹਾਂ ਦੇ ਵੱਲੋਂ ਹੁਣ ਪਬਲਿਕ ਇਨਕੁਆਇਰੀ ਦੀ ਮੰਗ ਕੀਤੀ ਜਾ ਰਹੀ ਹੈ। ਐਤਵਾਰ ਨੂੰ ਵੀ ਪਰਿਵਾਰ ਦੇ ਵੱਲੋਂ ਪ੍ਰਦਰਸ਼ਨ ਕੀਤੇ ਗਏ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪਿੱਛੇ ਉਸਦੇ 4 ਬੱਚੇ ਰਹਿ ਗਏ ਨੇ, ਜਿਸ ਦੇ ਵਿੱਚ ਸਭ ਤੋਂ ਛੋਟੀ 7 ਸਾਲ ਦੀ ਬੱਚੀ ਹੈ। ਇਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਉਹ 62 ਸਾਲਾ ਵਿਅਕਤੀ, ਜਿਸ ਦੇ ਉੱਤੇ ਪੁਲਿਸ ਨੇ ਇਲਜ਼ਾਮ ਲਗਾਏ ਕਿ ਉਸਦੇ ਕੋਲ ਹਥਿਆਰ ਵੀ ਸਨ, ਉਹ 4 ਤੋਂ 5 ਕਦਮ ਤੁਰ ਵੀ ਨਹੀਂ ਸੀ ਸਕਦਾ ਕਿਉਂਕਿ ਉਹ ਬਹੁਤ ਜ਼ਿਆਦਾ ਬਿਮਾਰ ਸੀ, ਜਿਸ ਦੇ ਵੱਲੋਂ ਆਪਣੀ ਦਵਾਈ ਸ਼ਾਇਦ ਸਮੇਂ ਸਿਰ ਨਹੀਂ ਲਈ ਗਈ ਤੇ ਉਸ ਦੇ ਬਾਰੇ ਪੁਲਿਸ ਨੂੰ ਫੋਨ ਕਰਕੇ ਕਿਸੇ ਨੇ ਸ਼ਿਕਾਇਤ ਕੀਤੀ ਸੀ। ਤੇ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਸ਼ਨੀਵਾਰ ਦੇ ਦਿਨ ਸ਼ਾਮੀ 5 ਵਜੇ ਦੇ ਕਰੀਬ ਪੁਲਿਸ ਨੇ ਉੱਥੇ ਪਹੁੰਚ ਕੇ ਵਿਅਕਤੀ ਨੂੰ ਬਾਹਰ ਆਉਣ ਦੇ ਲਈ ਕਿਹਾ, ਪਰ ਉਹ ਡਰ ਗਿਆ ਸੀ ਤੇ ਪਰਿਵਾਰ ਦਾ ਕਹਿਣਾ ਹੈ ਕਿਉਂਕਿ ਉਹ ਅੰਗਰੇਜ਼ੀ ਭਾਸ਼ਾ ਨਹੀਂ ਸੀ ਸਮਝ ਸਕਦਾ ਤੇ ਬੋਲ ਸਕਦਾ, ਜਿਸ ਕਰਕੇ ਵੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੇ ਪੁਲਿਸ ਨੂੰ ਲੱਗਿਆ ਕਿ ਉਸ ਕੋਲ ਹਥਿਆਰ ਨੇ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਤੇ ਪੁਲਿਸ ਅਧਿਕਾਰੀਆਂ ਨੇ ਫਿਰ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚੱਲਣ ਤੋਂ ਬਾਅਦ ਮੌਕੇ ਤੇ ਹੀ 8:30 ਵਜੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪਰਿਵਾਰ ਸਮੇਤ ਉਸਦੇ ਦੋਸਤ ਮਿੱਤਰ ਤੇ ਭਾਈਚਾਰੇ ਤੋਂ ਹੋਰ ਲੋਕਾਂ ਦੇ ਵੱਲੋਂ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਸ ਦੇ ਵਿੱਚ ਬਾਰ-ਬਾਰ ਇਹੋ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਆਪਣੀ ਸੁਰੱਖਿਆ ਦੇ ਵਾਸਤੇ ਪੁਲਿਸ ਦੀ ਲੋੜ ਹੈ, ਨਾ ਕਿ ਉਹਨਾਂ ਨੂੰ ਮਾਰਨ ਦੇ ਵਾਸਤੇ। ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਆਪਣੀ ਸੁਰੱਖਿਆ ਲਈ ਤੇ ਜਦੋਂ ਕੋਈ ਬਿਮਾਰ ਵਿਅਕਤੀ ਹੁੰਦਾ ਹੈ ਉਸ ਨੂੰ ਦਵਾਈਆਂ ਦੀ ਲੋੜ ਹੁੰਦੀ ਹੈ, ਨਾ ਕਿ ਉਸਤੇ ਗੋਲੀਆਂ ਮਾਰ ਦਿੱਤੀਆਂ ਜਾਣ। ਇਸ ਦੇ ਉੱਤੇ ਵੱਖੋ ਵੱਖਰੇ ਸਲੋਗਨ ਦਿਖਾਏ ਗਏ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਪੁਲਿਸ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੋਕਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਤਾਂ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਨੂੰ ਦੇਖਦੇ ਹੋਏ ਅਜਿਹਾ ਕੀਤਾ ਗਿਆ, ਜਿਸ ਦੇ ਵਿੱਚ ਉਹ ਵਿਅਕਤੀ ਬਾਹਰ ਆਉਣਾ ਨਹੀਂ ਸੀ ਮੰਨ ਰਿਹਾ ਤੇ ਜਦੋਂ ਪੁਲਿਸ ਨੇ ਗੋਲੀਆਂ ਚਲਾਈਆਂ ਤਾਂ ਉਸ ਵਕਤ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਾਰ-ਬਾਰ ਉੱਚੀ-ਉੱਚੀ ਇਹ ਕਿਹਾ ਜਾ ਰਿਹਾ ਸੀ ਕਿ ਆਪਣੀ ਬੰਦੂਕ ਹੇਠਾਂ ਰੱਖ ਦੇ। ਦੂਜੇ ਪਾਸੇ ਮਿਸੀਸਾਗਾ ਦੇ ਮੇਅਰ ਦੇ ਵੱਲੋਂ ਵੀ ਟਵੀਟ ਕਰਕੇ ਇਸ ਦੇ ਉੱਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ ਤੇ ਨਾਲ ਹੀ ਉਹਨਾਂ ਕਿਹਾ ਕਿ ਕਾਫੀ ਦੁੱਖ ਭਰੀ ਗੱਲ ਹੈ ਕਿ ਭਾਈਚਾਰੇ ਦੇ ਵਿੱਚ ਇੱਕ ਵਿਅਕਤੀ ਨੂੰ ਉਹਨਾਂ ਨੇ ਖੋ ਦਿੱਤਾ ਤੇ ਉਹਨਾਂ ਦਾ ਦਿਲ ਕਾਫੀ ਜ਼ਿਆਦਾ ਦੁਖਦਾ ਹੈ ਇਹ ਜਾਣ ਕੇ ਕਿ ਪਰਿਵਾਰ ਦਾ ਕੀ ਹਾਲ ਹੋਵੇਗਾ, ਜਿਸ ਦੇ ਲਈ ਉਹਨਾਂ ਨੇ SIU ਨੂੰ ਤੁਰੰਤ ਇਸ ਦੇ ਉੱਤੇ ਕਦਮ ਚੁੱਕਣ ਦੇ ਵਾਸਤੇ ਕਿਹਾ। ਪਰ ਦੂਜੇ ਪਾਸੇ ਪਰਿਵਾਰ ਇਸ ਦੇ ਉੱਤੇ ਕਹਿ ਰਿਹਾ ਹੈ ਕਿ SIU ਦੇ ਉੱਤੇ ਉਹਨਾਂ ਨੂੰ ਯਕੀਨ ਨਹੀਂ ਹੈ, ਜਿਸ ਦੇ ਉੱਤੇ ਜਨਤਕ ਤੌਰ ਤੇ ਇਨਕੁਆਇਰੀ ਕੀਤੀ ਜਾਵੇ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਵੱਖ-ਵੱਖਰੀਆਂ ਥਾਵਾਂ ਦੇ ਉੱਤੇ ਜੋ ਆਰਥਿਕਤਾ ਨੂੰ ਖੋਲ੍ਹਣ ਦੇ ਫੈਸਲੇ ਲਏ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੈਂਡਮਾਰਕ ਸਿਨੇਮਾਸ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਿਨੇਮਾ ਘਰ ਉਹਨਾਂ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਖੋਲ੍ਹ ਦਿੱਤੇ ਜਾਣਗੇ। ਲੈਂਡਮਾਰਕ ਸਿਨੇਮਾਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਕਈ ਲੋਕੇਸ਼ਨਸ ਦੇ ਉੱਤੇ ਉਹ ਸਿਨੇਮਾ ਘਰਾਂ ਨੂੰ ਖੋਲ੍ਹ ਰਹੇ ਨੇ, ਜਿਸ ਦੇ ਵਿੱਚ ਓਕਾਨਾਗਲ ਵੈਲੀ ਵੀ ਸ਼ਾਮਲ ਹੈ। ਇਸ ਤਰ੍ਹਾਂ ਜਾਣਕਾਰੀ ਦਿੱਤੀ ਗਈ ਹੈ ਕਿ ਜੁਲਾਈ 3 ਤੋਂ ਮੁੜ ਤੋਂ ਇਹ ਸਿਨੇਮਾ ਘਰ ਖੋਲ੍ਹੇ ਜਾ ਰਹੇ ਨੇ। ਦ ਪੈਟਿੰਗਟਨ, ਵੈਸਟ ਕਲੋਨਾ ਤੇ ਕਲੋਨਾ ਇਹ ਵੱਖੋ-ਵੱਖਰੀਆਂ ਥਾਵਾਂ ਨੇ ਜਿੱਥੇ ਮੁੜ ਤੋਂ ਸਿਨੇਮਾ ਘਰ ਖੋਲ੍ਹ ਦਿੱਤੇ ਜਾਣਗੇ ਤੇ ਇਹਨਾਂ ਥਾਵਾਂ ਦੇ ਉੱਤੇ ਦਰਸ਼ਕਾਂ ਦਾ ਮੁੜ ਤੋਂ ਸਵਾਗਤ ਕੀਤਾ ਜਾਵੇਗਾ ਕਿ ਉਹ ਫਿਲਮਾਂ ਦੇਖਣ ਦੇ ਲਈ ਆ ਸਕਦੇ ਨੇ, ਜਿੱਥੇ ਕਿ ਸਫਾਈ ਤੇ ਇੱਕ ਦੂਜੇ ਤੋਂ ਦੂਰੀ ਬਣਾਏ ਰੱਖਣ ਦੇ ਵਾਸਤੇ ਇੰਤਜ਼ਾਮ ਪੂਰੇ ਤਰੀਕੇ ਨਾਲ ਕੀਤੇ ਜਾਣਗੇ। ਸਿਨੇਮਾ ਘਰਾਂ ਦੇ ਵਿੱਚ ਜੋ ਸਟਾਫ ਹੋਵੇਗਾ ਉਹ PPE ਕਿਟਸ ਪਾ ਕੇ ਉੱਥੇ ਮੌਜੂਦ ਹੋਵੇਗਾ। ਇਸ ਦੇ ਨਾਲ ਹੀ ਜਿਹੜੇ ਦਰਸ਼ਕ ਫਿਲਮਾਂ ਦੇਖਣ ਦੇ ਵਾਸਤੇ ਆਉਣਗੇ ਉਹਨਾਂ ਨੂੰ ਮਾਸਕ ਪਾਉਣ ਦੇ ਲਈ ਕਿਹਾ ਜਾਵੇਗਾ ਤੇ ਨਾਲ ਹੀ ਸਕਰੀਨਿੰਗ ਵੀ ਹੋਵੇਗੀ ਕਿ ਜੇਕਰ ਕੋਈ ਵੀ ਵਿਅਕਤੀ ਬਿਮਾਰ ਹੈ ਤਾਂ ਉਸ ਨੂੰ ਸਿਨੇਮਾ ਘਰ ਦੇ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ। ਇਸੇ ਦੇ ਨਾਲ ਸਿਨੇਮਾ ਘਰਾਂ ਦੇ ਵਿੱਚ ਦਰਸ਼ਕਾਂ ਦੀ ਗਿਣਤੀ ਨੂੰ ਕਾਫੀ ਘੱਟ ਕੀਤਾ ਜਾ ਰਿਹਾ ਹੈ। ਕਈ ਸੀਟਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਕਈ ਸੀਟਾਂ ਜੋ ਕਾਫੀ ਨੇੜੇ ਹੁੰਦੀਆਂ ਨੇ ਉੱਥੇ 75% ਤੱਕ ਦਰਸ਼ਕਾਂ ਦੀ ਗਿਣਤੀ ਨੂੰ ਘੱਟ ਕੀਤਾ ਜਾਵੇਗਾ। ਜਿੱਥੇ ਥੋੜਾ ਫਰਕ ਹੁੰਦਾ ਹੈ ਉੱਥੇ 50% ਤੱਕ ਗਿਣਤੀ ਘਟਾਈ ਜਾਵੇਗੀ। ਇਸ ਦੇ ਨਾਲ ਹੀ ਕਈ ਰੋਜ਼ ਵੀ ਬੰਦ ਕੀਤੀਆਂ ਜਾਣਗੀਆਂ ਤੇ ਸ਼ੋਅ ਟਾਈਮ ਹਜੇ ਘੱਟ ਹੋਣਗੇ ਤਾਂ ਕਿ ਇੱਕ ਸ਼ੋਅ ਖਤਮ ਹੋਣ ਤੋਂ ਬਾਅਦ ਮੁੜ ਤੋਂ ਸਫਾਈ ਕੀਤੀ ਜਾ ਸਕੇ, ਸੈਨੀਟਾਈਜ਼ ਚੰਗੀ ਤਰ੍ਹਾਂ ਕੀਤਾ ਜਾ ਸਕੇ, ਅਗਲੇ ਆਉਣ ਵਾਲੇ ਦਰਸ਼ਕਾਂ ਦੇ ਵਾਸਤੇ ਉਸ ਸਿਨੇਮਾ ਘਰ ਨੂੰ ਸੁਰੱਖਿਅਤ ਬਣਾਇਆ ਜਾ ਸਕੇ ਤੇ ਫਿਰ ਅਗਲਾ ਸ਼ੋਅ ਉੱਥੇ ਲੱਗੇਗਾ। ਜਿਸ ਦੇ ਨਾਲ ਬੇਸ਼ੱਕ ਥੋੜਾ ਕੰਮ ਸ਼ੁਰੂ ਹੋ ਰਿਹਾ ਹੈ ਪਰ ਕੰਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਹ ਸਥਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੋਈ ਵੀ ਦਰਸ਼ਕ ਜਿਹੜਾ ਫਿਲਮ ਦੇਖਣ ਆਉਂਦਾ ਹੈ ਉਸ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਅਣਗਹਿਲੀ ਨਾ ਵਰਤੀ ਜਾਵੇ ਤੇ ਇਸ ਦੇ ਨਾਲ ਹੀ ਦਰਸ਼ਕਾਂ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਫਿਲਮ ਦੇਖਣ ਆਉਂਦੇ ਨੇ ਤਾਂ ਕੋਈ ਵੀ ਅਣਗਹਿਲੀ ਨਾ ਵਰਤਣ। ਜੇਕਰ ਉਹ ਬਿਮਾਰ ਨੇ ਤਾਂ ਉਹ ਬਿਲਕੁਲ ਵੀ ਸਿਨੇਮਾ ਘਰ ਦੇ ਵਿੱਚ ਨਾ ਆਉਣ। ਹਰ ਫਿਲਮ ਤੋਂ ਬਾਅਦ ਥੀਏਟਰ ਵਿੱਚ 30 ਮਿੰਟ ਸਫਾਈ ਵਾਸਤੇ ਦਿੱਤੇ ਜਾਣਗੇ। ਪੂਰੇ 30 ਮਿੰਟ ਸੈਨੀਟਾਈਜ਼ ਕੀਤਾ ਜਾਵੇਗਾ ਸੀਟਾਂ ਨੂੰ ਤੇ ਥੀਏਟਰ ਨੂੰ ਸਾਫ਼ ਕੀਤਾ ਜਾਵੇਗਾ ਤੇ ਫਿਰ ਅਗਲੀ ਫਿਲਮ ਲੱਗੇਗੀ, ਯਾਨੀ ਕਿ ਹਰ ਸ਼ੋਅ ਤੋਂ ਬਾਅਦ ਸਫਾਈ ਹੋਵੇਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਆਪਣੇ ਭਾਸ਼ਣ ਦੇ ਵਿੱਚ ਕਿਹੜੀਆਂ ਖਾਸ ਗੱਲਾਂ ਕਹੀਆਂ, ਹੁਣ ਤੁਹਾਨੂੰ ਉਸ ਦੇ ਬਾਰੇ ਦੱਸਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱਜ ਆਪਣੇ ਭਾਸ਼ਣ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਵੇਜ ਸਬਸਿਡੀ ਪ੍ਰੋਗਰਾਮ ਹੈ ਉਸ ਦੇ ਤਹਿਤ ਹੁਣ ਤੱਕ ਕੈਨੇਡਾ ਭਰ ਵਿੱਚ 2.6 ਮਿਲੀਅਨ ਕਾਮਿਆਂ ਨੂੰ ਮਦਦ ਮਿਲ ਰਹੀ ਹੈ। ਇਸ ਪ੍ਰੋਗਰਾਮ ਦੇ ਰਾਹੀਂ ਇੰਪਲੋਇਰਸ ਦੇ ਵੱਲੋਂ ਸਰਕਾਰ ਤੋਂ ਮਦਦ ਲਈ ਜਾ ਰਹੀ ਹੈ ਤਾਂ ਕਿ ਉਹ ਆਪਣੇ ਕਾਮਿਆਂ ਨੂੰ ਤਨਖਾਹ ਦੇ ਸਕਣ। ਇਸ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੰਪਲੋਇਰਸ ਨੂੰ ਬਾਰ-ਬਾਰ ਕਹਿ ਚੁੱਕੇ ਨੇ ਕਿ ਉਹ ਆਪਣੇ ਕੰਮ ਮੁੜ ਤੋਂ ਸ਼ੁਰੂ ਕਰ ਦੇਣ ਤੇ ਕਾਮਿਆਂ ਨੂੰ ਮੁੜ ਤੋਂ ਕੰਮ ਤੇ ਰੱਖ ਲੈਣ ਤੇ ਉਹਨਾਂ ਦੀ ਤਨਖਾਹ ਦੇ ਵਾਸਤੇ ਸਰਕਾਰ ਦੇ ਵੱਲੋਂ ਮਦਦ ਦਿੱਤੀ ਜਾਵੇਗੀ। ਇਸ ਦੇ ਨਾਲ ਹੀ CERB ਦਾ ਵੀ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਉਹਨਾਂ ਨੇ ਮੰਗਲਵਾਰ ਨੂੰ ਕਿਹਾ ਸੀ ਤਾਂ ਉਸੇ ਤਰ੍ਹਾਂ 2 ਹੋਰ ਮਹੀਨੇ ਦੇ ਵਾਸਤੇ ਇਸ ਪ੍ਰੋਗਰਾਮ ਨੂੰ ਵਧਾਇਆ ਜਾ ਰਿਹਾ ਹੈ, ਜਿਸ ਵਿੱਚ $2000 ਤੱਕ ਦੀ ਮਦਦ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੈਨੇਡਾ ਭਰ ਵਿੱਚ ਲੋਕਾਂ ਦੀ ਇਸ ਸਮੇਂ ਭਵਿੱਖ ਨੂੰ ਲੈ ਕੇ ਸੋਚ ਬਦਲ ਰਹੀ ਹੈ, ਜਿਸ ਦੇ ਵਿੱਚ ਵੱਖੋ ਵੱਖਰੇ ਤਰੀਕਿਆਂ ਨਾਲ ਲੋਕ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਵਾਸਤੇ ਤੇ ਨਾਲ ਹੀ ਉਹਨਾਂ ਨੂੰ ਇਹ ਜ਼ਰੂਰ ਸਮਝ ਆ ਗਿਆ ਹੈ ਕਿ ਆਖਿਰ ਜ਼ਰੂਰੀ ਕੀ ਹੈ ਤੇ ਭਾਈਚਾਰੇ ਦੇ ਵਿੱਚ ਕਿਹੜੀਆਂ ਤਬਦੀਲੀਆਂ ਜ਼ਰੂਰੀ ਨੇ, ਉਸ ਦੇ ਬਾਰੇ ਸੋਚ ਰਹੇ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਚਣ ਦਾ ਤਰੀਕਾ ਇਸ ਹਾਲਾਤ ਨੇ ਬਦਲ ਕੇ ਰੱਖ ਦਿੱਤਾ ਹੈ, ਜਿਸ ਦੇ ਵਿੱਚ ਸਭ ਤੋਂ ਅਹਿਮ ਚੀਜ਼ਾਂ ਦੇ ਉੱਤੇ ਧਿਆਨ ਗਿਆ ਕਿ ਭਾਈਚਾਰੇ ਦੇ ਵਿੱਚ ਰਹਿਣ ਦੇ ਲਈ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਅਹਿਮ ਤੌਰ ਦੇ ਉੱਤੇ ਲੋੜ ਹੈ ਤੇ ਉਹਨਾਂ ਦੀ ਪੂਰਤੀ ਦੇ ਲਈ ਕਦਮ ਚੁੱਕੇ ਜਾਣ ਦੀ ਲੋੜ ਹੈ। ਨਾ ਸਿਰਫ ਇਹ, ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਜਿਵੇਂ ਸੈਨੀਟਾਈਜ਼ਰ ਬਣਾਉਣੇ ਤੇ ਵੱਖੋ ਵੱਖਰੀਆਂ ਕੋਸ਼ਿਸ਼ਾਂ ਦੇ ਤਹਿਤ ਅਜਿਹੇ ਹਾਲਾਤ ਵਿੱਚ ਆਪਣਾ ਹਿੱਸਾ ਪਾਉਣਾ ਤੇ ਉੱਭਰ ਕੇ ਸਾਹਮਣੇ ਆਉਣਾ, ਇਸ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ, ਜੋ ਕਾਫੀ ਮਦਦਗਾਰ ਸਾਬਤ ਹੋਇਆ ਤੇ ਸਾਰੇ ਭਾਈਚਾਰੇ ਇਕੱਠੇ ਹੋ ਕੇ ਇਸ ਹਾਲਾਤ ਦੇ ਨਾਲ ਲੜੇ ਨੇ। ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੇ ਫੈਸਲੇ ਲਏ ਜਾਣੇ ਨੇ ਉਸ ਦੇ ਉੱਤੇ ਵੀ ਇਸ ਦਾ ਅਸਰ ਪਿਆ ਕਿ ਹੁਣ ਕਿਸ ਤਰ੍ਹਾਂ ਭਵਿੱਖ ਦੇ ਵਿੱਚ ਕਿਹੜੇ ਬਦਲਾਅ ਕਰਨੇ ਨੇ, ਉਹ ਵੀ ਇਸ ਹਾਲਾਤ ਦੇ ਉੱਤੇ ਨਿਰਭਰ ਕਰਨਗੇ ਤਾਂ ਕਿ ਹਰ ਇੱਕ ਦੀ ਸੁਰੱਖਿਆ ਨੂੰ ਲੈ ਕੇ ਜ਼ਰੂਰ ਸੋਚਿਆ ਜਾਵੇ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।